सत श्री अकाल दोस्तों, क्लिक स्टार्ट भी ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਇਸ ਵੀਡੀਓ ਵਿੱਚ ਆਪਾਂ ਡਿਸਕਸ ਕਰਾਂਗੇ ਪੰਜਾਬੀ ਲਿਟਰੇਚਰ ਐਂਡ ਲਿਟਰੇਰੀ ਅਵਾਰਡਸ। ਤਾਂ ਇਹ ਆਪਣਾ ਇਸ ਦਾ ਪਹਿਲਾ ਪਾਰਟ ਹੋਊਗਾ ਤੇ ਇਸ ਦਾ ਇੱਕ ਦੂਜਾ ਪਾਰਟ ਵੀ ਆਊਗਾ। ਤਾਂ ਇਹ ਆਪਣੀ ਪੰਜਾਬ ਜੀਕੇ ਸੀਰੀਜ਼ ਦਾ 18ਵਾਂ ਲੈਕਚਰ ਹੈ, ਜਿਹਦੇ ਵਿੱਚ ਆਪਾਂ ਪੰਜਾਬ ਦੇ ਸਾਹਿਤਕਾਰ ਤੇ ਉਹਨਾਂ ਨੂੰ ਮਿਲੇ ਅਵਾਰਡਸ ਨੂੰ ਡਿਸਕਸ ਕਰਾਂਗੇ। ਜੇ ਤੁਹਾਨੂੰ ਇਸ ਲੈਕਚਰ ਦੀ PDF ਚਾਹੀਦੀ ਹੈ ਤਾਂ ਸਾਨੂੰ ਟੈਲੀਗ੍ਰਾਮ 'ਤੇ ਫੋਲੋ ਕਰ ਸਕਦੇ ਹੋ, ਅਤੇ ਜੇ ਤੁਹਾਨੂੰ ਕੋਈ ਵੀ ਡਾਊਟ ਹੈ ਤਾਂ ਸਾਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ। ਹੁਣ ਗੱਲ ਕਰਦੇ ਹਾਂ ਪੰਜਾਬੀ ਸਾਹਿਤਕਾਰਾਂ ਦੀ। ਤਾਂ ਸਭ ਤੋਂ ਪਹਿਲੇ ਸਾਹਿਤਕਾਰ ਜਿਹੜੇ ਹੋਏ ਨੇ ਪੰਜਾਬ ਦੇ, ਉਹ ਹੋਏ ਨੇ ਫਰੀਦ ਉਦੀਨ ਗੰਜ ਸ਼ੱਕਰ, ਜਾਂ ਇਹਨਾਂ ਨੂੰ ਬਾਬਾ ਫਰੀਦ ਵੀ ਕਿਹਾ ਜਾਂਦਾ ਸੀ, ਜਾਂ ਫਿਰ ਸ਼ੇਖ ਫਰੀਦ ਵੀ ਕਿਹਾ ਜਾਂਦਾ ਸੀਗਾ। ਇਹ ਸਾਰੇ ਹੀ ਧਰਮਾਂ 'ਚ ਰਿਸਪੈਕਟਫੁਲ ਸੀ। ਇਹਨਾਂ ਨੂੰ ਹਰੇਕ ਹੀ ਧਰਮ ਦੇ ਵਿੱਚ ਰੈਵਰੈਂਟ ਕੀਤਾ ਜਾਂਦਾ ਸੀ, ਰਿਸਪੈਕਟ ਦਿੱਤੀ ਜਾਂਦੀ ਸੀ। ਮੁਸਲਿਮਸ, ਸਿੱਖ, ਹਿੰਦੂ ਆਫ ਦੀ ਪੰਜਾਬ ਰੀਜਨ। ਇਹ ਪਹਿਲੇ ਰਾਈਟਰ ਹੋਏ ਨੇ ਜਿਨ੍ਹਾਂ ਦਾ ਪੰਜਾਬੀ ਵਿੱਚ ਆਪਾਂ ਨੂੰ ਚੀਜ਼ਾਂ ਮਿਲਦੀਆਂ ਨੇ, ਪੰਜਾਬੀ ਵਿੱਚ ਸਾਹਿਤ ਮਿਲਦਾ ਇਹਨਾਂ ਦਾ। ਹੀ ਬਿਲੋਂਗਸ ਟੂ ਚਿਸ਼ਤੀ ਆਰਡਰ ਨੂੰ ਬਿਲੋਂਗ ਕਰਦੇ ਸੀ। ਇਹ ਚਿਸ਼ਤੀ ਸਿਲਸਿਲਾ ਸੀਗਾ ਇਹ। ਬਾਈ ਯੂਜ਼ਿੰਗ ਪੰਜਾਬੀ ਐਜ਼ ਦੀ ਲੈਂਗੁਏਜ ਆਫ ਪੋਇਟਰੀ, ਫਰੀਦ ਲੇਡ ਦੀ ਬੇਸਿਸ ਫਾਰ ਅ ਵਰਨੈਕੂਲਰ ਪੰਜਾਬੀ ਲਿਟਰੇਚਰ। ਤਾਂ ਇਸ ਤਰੀਕੇ ਨਾਲ ਉਹਨਾਂ ਨੇ ਪੰਜਾਬੀ ਲਿਟਰੇਚਰ ਦਾ ਸਟਾਰਟ ਕੀਤਾ। ਇਹਨਾਂ ਦੀਆਂ ਮੇਨ ਕੰਪੋਜੀਸ਼ਨਸ ਨੇ ਅਬਾਏ ਤੇ ਫਰੀਦ ਅਤੇ ਕਲਾਮ ਏ ਫਰੀਦ। ਦੈਨ ਨੈਕਸਟ ਹੋਏ ਨੇ ਗੁਰੂ ਨਾਨਕ ਦੇਵ ਜੀ। ਇੰਪੋਰਟੈਂਟ ਨੇ ਬਹੁਤ। ਆਪਾਂ ਇਹਨਾਂ ਬਾਰੇ ਪਹਿਲਾਂ ਵੀ ਸਿੱਖ ਗੁਰੂ ਸਾਹਿਬਾਨਾਂ ਬਾਰੇ ਜਦੋਂ ਆਪਾਂ ਪੜ੍ਹਿਆ ਸੀ ਉਦੋਂ ਆਪਾਂ ਡਿਸਕਸ ਕੀਤਾ ਸੀ। ਗੁਰੂ ਜੀ ਵਾਜ਼ ਬੋਰਨ ਔਨ 15 ਅਪ੍ਰੈਲ 1469 ਐਟ ਰਾਏਪੁਰ ਕੀ ਤਲਵੰਡੀ, ਪਾਕਿਸਤਾਨ, ਨਨਕਾਣਾ ਸਾਹਿਬ। ਹੀ ਪ੍ਰੀਚਡ ਦੀ ਨਿਊ ਕੌਨਸੈਪਟ ਆਫ ਗੋਡ। ਉਹਨਾਂ ਨੇ ਨਵਾਂ ਕੰਸੈਪਟ ਦਿੱਤਾ ਸੀ ਰੱਬ ਬਾਰੇ, ਕਿ ਜਿਹੜਾ ਰੱਬ ਹੈ ਉਹ ਸੁਪਰੀਮ ਹੈ, ਆਲ ਪਾਵਰਫੁਲ ਹੈ ਐਂਡ ਟਰੂਥਫੁਲ ਐਂਡ ਫਾਰਮਲੈਸ। ਕਿ ਜਿਹੜਾ ਰੱਬ ਹੈ ਉਹ ਨਿਰੰਕਾਰ ਹੈ, ਉਹ ਸਭ ਤੋਂ ਤਾਕਤਵਰ ਹੈ ਅਤੇ ਉਹ ਸੱਚ ਦੀ ਮੂਰਤ ਹੈ। ਜੇ ਉਹਨਾਂ ਦੀ ਕੰਪੋਜੀਸ਼ਨਸ ਦੀ ਗੱਲ ਕਰੀਏ ਤਾਂ ਉਹਨਾਂ ਨੇ 974 ਸਪਿਰਚੁਅਲ ਹਿਮਸ ਦਿੱਤੇ ਸੀ, ਸਪਿਰਚੁਅਲ ਮੰਤਰ ਦਿੱਤੇ ਸੀ, ਕੰਪਰਾਈਜ਼ਿੰਗ ਦੀ ਜਪਜੀ ਸਾਹਿਬ, ਆਸਾ ਦੀ ਵਾਰ, 12 ਮਾਹ, ਸਿੱਧ ਕੋਸ਼ਟ, ਦੱਖਣੀ ਓਂਕਾਰ। ਤਾਂ ਇਹ ਕੁਛ ਮੇਜਰ ਕੰਪੋਜੀਸ਼ਨਸ ਨੇ। ਤਾਂ ਦੇਖੋ ਬਹੁਤ ਸਾਰੀਆਂ ਜ਼ਿਆਦਾ ਕੰਪੋਜੀਸ਼ਨਸ ਹੋਣਗੀਆਂ, ਬਹੁਤ ਜ਼ਿਆਦਾ ਸਾਹਿਤਕਾਰਾਂ ਦੀਆਂ, ਪਰ ਆਪਾਂ ਉਹੀ ਇੰਪੋਰਟੈਂਟ ਕਰ ਰਹੇ ਹਾਂ ਜਿਨ੍ਹਾਂ ਨੂੰ ਯਾਦ ਰੱਖਣਾ ਸੌਖਾ ਰਹੇ, ਤਾਂ ਕਿ ਇੱਕ ਲਿਮਿਟਿਡ ਜੇ ਦੇ ਵਿੱਚ ਆਪਾਂ ਇੰਪੋਰਟੈਂਟ ਚੀਜ਼ਾਂ ਕਵਰ ਕਰ ਸਕੀਏ। ਦੈਨ ਨੈਕਸਟ ਹੋਏ ਨੇ ਭਾਈ ਗੁਰਦਾਸ ਜੀ। ਭਾਈ ਗੁਰਦਾਸ ਜੀ ਰਹੇ ਨੇ 1551 ਤੋਂ ਲੈ ਕੇ 1636 ਤੱਕ, 1551 to 1636। ਵਾਜ਼ ਐਨ ਇਨਫਲੂਐਂਸ਼ੀਅਲ ਸਿੱਖ ਫਿਗਰ, ਰਾਈਟਰ, ਹਿਸਟੋਰੀਅਨ ਐਂਡ ਪ੍ਰੀਚਰ। ਤਾਂ ਉਹ ਸਿੱਖ ਧਰਮ ਦੇ ਕਾਫੀ ਇੰਪੋਰਟੈਂਟ ਪਰਸਨ ਰਹੇ ਨੇ। ਹੀ ਵਾਜ਼ ਦੀ ਓਰੀਜਨਲ ਸਕਰਾਈਬ ਆਫ ਗੁਰੂ ਗ੍ਰੰਥ ਸਾਹਿਬ। ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਓਰੀਜਨਲੀ ਲਿਖਿਆ ਸੀ ਉਹ ਭਾਈ ਗੁਰਦਾਸ ਜੀ ਨੇ ਲਿਖਿਆ ਸੀ। ਐਂਡ ਲੇਟਰ ਸਰਵਡ ਐਜ਼ ਦੀ ਫਸਟ ਜਥੇਦਾਰ ਆਫ ਅਕਾਲ ਤਖਤ। ਤਾਂ ਜਿਹੜੀ ਅਕਾਲ ਤਖਤ ਹੈ ਉਹਦੇ ਪਹਿਲੇ ਜਥੇਦਾਰ ਵੀ ਭਾਈ ਗੁਰਦਾਸ ਜੀ ਸੀ। ਜਿਹਨੇ ਕੰਪੋਜੀਸ਼ਨਸ ਦੀ ਗੱਲ ਕਰੀਏ ਤਾਂ ਕੰਪੋਜੀਸ਼ਨਸ ਹੈ ਵਾਰਾਂ ਭਾਈ ਗੁਰਦਾਸ ਅਤੇ ਕਵਿਤ ਸਵਈਏ। ਤਾਂ ਇਹ ਦੋ ਹੀ ਮੇਨ ਕੰਪੋਜੀਸ਼ਨਸ ਨੇ ਭਾਈ ਗੁਰਦਾਸ ਜੀ ਦੀਆਂ। ਦੈਨ ਨੈਕਸਟ ਨੇ ਭਾਈ ਨੰਦ ਲਾਲ ਜੀ, ਜਾਂ ਇਹਨਾਂ ਨੂੰ ਭਾਈ ਨੰਦ ਲਾਲ ਸਿੰਘ ਜੀ ਵੀ ਕਿਹਾ ਜਾਂਦਾ ਸੀ। ਤਾਂ ਇਹ 17ਵੀਂ ਸ਼ਤਾਬਦੀ ਦੇ ਸਿੱਖ ਪੋਇਟ ਹੋਏ ਨੇ ਇਨ ਦੀ ਪੰਜਾਬ ਰੀਜਨ। ਹੀ ਵਾਜ਼ ਵਨ ਆਫ ਦੀ 52 ਪੋਇਟਸ ਆਫ ਗੁਰੂ ਗੋਬਿੰਦ ਸਿੰਘ ਦਰਬਾਰ। ਜਿਹੜੇ 10ਵੇਂ ਸਿੱਖ ਪਾਤਸ਼ਾਹ ਸੀ ਗੁਰੂ ਗੋਬਿੰਦ ਸਿੰਘ ਜੀ ਦੇ, ਉਹਨਾਂ ਦੇ 52 ਕਵੀ ਬਹਿੰਦੇ ਸੀ ਉਹਨਾਂ ਦੀ ਦਰਬਾਰ ਦੇ ਵਿੱਚ। ਤਾਂ ਉਹਨਾਂ ਵਿੱਚੋਂ ਇੱਕ ਕਵੀ ਸੀ ਭਾਈ ਨੰਦ ਲਾਲ ਜੀ। ਇਹਨਾਂ ਦੀ ਕੰਪੋਜੀਸ਼ਨਸ ਦੀ ਗੱਲ ਕਰੀਏ, ਦੀਵਾਨ-ਏ-ਗੋਇਆ, ਜ਼ਿੰਦਗੀਨਾਮਾ, ਗੰਜਨਾਮਾ, ਤਨਖਾਹਨਾਮਾ, ਜੋਤ ਵਿਕਾਸ। ਤਾਂ ਇਹ ਇੰਪੋਰਟੈਂਟ ਕੰਪੋਜੀਸ਼ਨਸ ਨੇ ਭਾਈ ਨੰਦ ਲਾਲ ਸਿੰਘ ਜੀ ਦੀਆਂ। ਦੀਵਾਨ-ਏ-ਗੋਇਆ, ਜ਼ਿੰਦਗੀਨਾਮਾ, ਗੰਜਨਾਮਾ, ਤਨਖਾਹਨਾਮਾ ਅਤੇ ਜੋਤ ਵਿਕਾਸ। ਨੈਕਸਟ ਹੋਏ ਨੇ ਭਾਈ ਮਨੀ ਸਿੰਘ ਜੀ। ਮਨੀ ਸਿੰਘ ਵਾਜ਼ ਐਨ 18th century ਸਿੱਖ ਸਕੋਲਰ ਐਂਡ ਮਾਰਟੀਅਰ। ਤਾਂ ਉਹ ਸਕੋਲਰ ਵੀ ਸੀ ਅਤੇ ਸ਼ਹੀਦ ਵੀ ਹੋਏ ਨੇ ਉਹ ਸਿੱਖ ਰਿਲੀਜਨ ਵੱਲੋਂ। ਹੀ ਟੁੱਕ ਦੀ ਵੋਜ਼ ਆਫ ਸਿੱਖੀਜ਼ਮ ਵੈਨ ਦੀ ਗੁਰੂ ਇਨੋਗਰੇਟਿਡ ਦੀ ਖਾਲਸਾ ਇਨ ਮਾਰਚ 1699। ਤਾਂ ਜਦੋਂ ਗੁਰੂ ਜੀ ਨੇ ਖਾਲਸਾ ਦੀ ਸਥਾਪਨਾ ਕਰੀ ਤਾਂ ਉਹਨਾਂ ਨੇ ਸਿੱਖ ਧਰਮ ਲਈ ਕਾਫੀ ਇੰਪੋਰਟੈਂਟ ਰੋਲ ਪਲੇ ਕੀਤਾ। ਹੀ ਟੁੱਕ ਚਾਰਜ ਆਫ ਦੀ ਹਰਿਮੰਦਰ ਸਾਹਿਬ। ਤਾਂ ਉਹਨਾਂ ਨੇ ਇੰਚਾਰਜ ਸੰਭਾਲਿਆ ਹਰਿਮੰਦਰ ਸਾਹਿਬ ਦਾ, ਵਿਚ ਹੈਡ ਬੀਨ ਵਿਦਾਊਟ ਏ ਕਸਟਡੀਅਨ ਸਿੰਸ 1696, ਜਿਹੜਾ 1696 ਤੋਂ ਖਾਲੀ ਪਿਆ ਸੀ। ਜਿਵੇਂ ਕੰਪੋਜੀਸ਼ਨਸ ਦੀ ਗੱਲ ਕਰੀਏ ਤਾਂ ਦੋ ਮੇਨ ਕੰਪੋਜੀਸ਼ਨਸ ਨੇ,
ਗਿਆਨ ਰਤਨਾਵਲੀ ਤੇ ਭਗਤ ਰਤਨਾਵਲੀ। ਦੈਨ ਨੈਕਸਟ ਹੋਏ ਨੇ ਗੁਰੂ ਗੋਬਿੰਦ ਸਿੰਘ ਜੀ। ਇਹ ਵੀ ਕਾਫੀ ਜ਼ਿਆਦਾ ਪੜ੍ਹੇ ਲਿਖੇ ਸੀ ਅਤੇ ਕਾਫੀ ਵੱਡੇ ਸਕਾਲਰ ਸੀ। ਵਾਸ ਬੋਰਨ ਔਨ ਜਨਵਰੀ 5 1666 ਇਨ ਪਟਨਾ ਸਾਹਿਬ ਬਿਹਾਰ। ਤਾਂ ਬਿਹਾਰ ਦੇ ਵਿੱਚ ਜਨਮ ਹੋਇਆ ਸੀ ਇਹਨਾਂ ਦਾ 5 ਜਨਵਰੀ 1666 ਨੂੰ। ਹੀ ਫਾਊਂਡਡ ਪੌਂਟਾ ਸਾਹਿਬ ਐਂਡ ਅਬੋਲਿਸ਼ਡ ਦੀ ਮਸੰਦ। ਤਾਂ ਜਿਹੜਾ ਮਸੰਦ ਸਿਸਟਮ ਸੀ ਉਹਨਾਂ ਨੇ ਹਟਾਤਾ ਸੀ ਅਤੇ ਉਸ ਤੋਂ ਇਲਾਵਾ ਇਹਨਾਂ ਨੇ ਪੌਂਟਾ ਸਾਹਿਬ ਨੂੰ ਵੀ ਫਾਊਂਡ ਕੀਤਾ ਸੀ। ਕੰਪੋਜੀਸ਼ਨਸ ਦੀ ਗੱਲ ਕਰੀਏ, ਸਾਹਿਤ ਦੀ ਗੱਲ ਕਰੀਏ ਤਾਂ ਦਸ਼ਮ ਗ੍ਰੰਥ, ਸਰਬਲੋਕ ਗ੍ਰੰਥ, ਅਕਾਲ ਉਸਤਤ, ਬਚਿੱਤਰ ਨਾਟਕ, ਚੰਡੀ ਦੀ ਵਾਰ, ਜਾਪ ਸਾਹਿਬ, ਵਾਰ ਸ਼੍ਰੀ ਭਗਵਤੀ ਜੀ ਕੀ, ਗਿਆਨ ਪ੍ਰਬੋਧ ਅਤੇ ਜਫਰਨਾਮਾ। ਤਾਂ ਇੰਪੋਰਟੈਂਟ ਕੰਪੋਜੀਸ਼ਨਸ ਨੇ ਗੁਰੂ ਗੋਬਿੰਦ ਸਿੰਘ ਜੀ ਦੀਆਂ। ਦਸਮ ਗ੍ਰੰਥ, ਸਰਬਲੋਕ ਗ੍ਰੰਥ, ਅਕਾਲ ਉਸਤਤ, ਬਚਿੱਤਰ ਨਾਟਕ, ਚੰਡੀ ਦੀ ਵਾਰ, ਜਾਪ ਸਾਹਿਬ, ਵਾਰ ਸ਼੍ਰੀ ਭਗਵਤੀ ਜੀ ਕੀ, ਗਿਆਨ ਪ੍ਰਬੋਧ ਅਤੇ ਜਫਰਨਾਮਾ। ਤਾਂ ਇਹ ਇੰਪੋਰਟੈਂਟ ਕੰਪੋਜੀਸ਼ਨ ਹੈ ਗੁਰੂ ਗੋਬਿੰਦ ਸਿੰਘ ਜੀ ਦੀਆਂ। ਦੈਨ ਨੈਕਸਟ ਇੰਪੋਰਟੈਂਟ ਪੋਇਟ ਹੋਏ ਨੇ ਬੁੱਲੇ ਸ਼ਾਹ। ਜਿਹੜਾ ਇਹਨਾਂ ਦਾ ਪੂਰਾ ਨਾਮ ਸੀ ਸੈਯਦ ਅਬਦੁੱਲਾ ਸ਼ਾਹ ਕਾਦਰੀ। ਤਾਂ ਇਹਨਾਂ ਨੂੰ ਬੁੱਲੇ ਸ਼ਾਹ ਵੀ ਕਿਹਾ ਜਾਂਦਾ ਸੀ ਅਤੇ ਇਹਨਾਂ ਪੂਰਾ ਨਾਮ ਸੀ ਸੈਯਦ ਅਬਦੁੱਲੇ ਸ਼ਾਹ ਕਾਦਰੀ। ਅਤੇ ਇਹ ਕਾਦਰੀ ਸਿਲਸਿਲੇ ਨਾਲ ਜੁੜੇ ਹੋਏ ਸੀ। ਇਹਨਾਂ ਬਰਥ ਹੋਇਆ ਸੀ 1680 ਦੇ ਵਿੱਚ ਅਤੇ ਡੈਥ ਹੋਈ ਸੀ 1757 ਦੇ ਵਿੱਚ। ਤਾਂ ਪਾਪੂਲਰਲੀ ਇਹਨਾਂ ਨੂੰ ਬੁੱਲੇ ਸ਼ਾਹ ਕਿਹਾ ਜਾਂਦਾ ਸੀ। ਪੰਜਾਬੀ ਫਿਲੋਸਫਰ ਅਤੇ ਸੂਫੀ ਪੋਇਟ ਸੀ। ਇਹ ਸੂਫੀਜ਼ਮ ਦੇ ਵਿੱਚ ਬਿਲੀਵ ਕਰਦੇ ਸੀ। ਹਿਜ਼ ਫਸਟ ਸਪਿਰਿਚੁਅਲ ਟੀਚਰ ਵਾਜ਼ ਸ਼ਾਹ ਇਨਾਇਤ ਕਾਦਰੀ। ਤਾਂ ਇਹਨਾਂ ਪਹਿਲਾ ਸਪਿਰਿਚੁਅਲ ਟੀਚਰ ਸੀ ਸ਼ਾਹ ਇਨਾਇਤ ਕਾਦਰੀ, ਜਿਹੜਾ ਸੂਫੀ ਮੁਰਸ਼ਿਦ ਸੀ ਇਹਨਾਂ ਦਾ ਲਾਹੌਰ ਤੋਂ। ਦਾ ਵਰਸ ਫਰੋਮ ਬੁੱਲੇ ਸ਼ਾਹ ਪ੍ਰਾਇਮਰੀ ਇੰਪਲੋਇਡ ਇਜ਼ ਦੀ ਕਾਫੀ। ਤਾਂ ਕਾਫੀ ਇੱਕ ਤਰੀਕਾ ਹੈ ਪੋਇਮਸ ਦਾ। ਤਾਂ ਇਹਨਾਂ ਜਿਹੜੇ ਜਨਰਲੀ ਵਰਸ ਸੀਗੇ ਉਹ ਕਾਫੀ ਫਾਰਮ 'ਚ ਸੀ। ਜਿਹਨੇ ਕੰਪੋਜੀਸ਼ਨਸ ਦੀ ਗੱਲ ਕਰੀਏ ਤਾਂ ਮੇਰਾ ਪੀਆ ਗਰਾਇਆ, ਪਾਰਟਸ ਆਫ ਦਮਾਦਮ ਮਸਤ ਕਲੰਦਰ, ਇਹਦੇ ਕੁਛ ਹਿੱਸੇ ਸੀਗੇ ਜਿਹੜੇ ਇਹਨਾਂ ਨੇ ਲਿਖੇ ਸੀ। ਦੈਨ ਮੱਕੇ ਗਿਆ ਗੱਲ ਮੁੱਕਦੀ ਨਹੀਂ ਅਤੇ ਮੈਂ ਜਾਣਾ ਜੋਗੀ ਦੇ ਨਾਲ। ਇਹ ਦੇਖੋ ਬਹੁਤ ਸਾਰੀਆਂ ਕੰਪੋਜੀਸ਼ਨਸ ਨੇ ਹਰੇਕ ਰਾਈਟਰ ਦੀਆਂ, ਅਤੇ ਇਹਨਾਂ ਨੂੰ ਯਾਦ ਕਰਨਾ। PDF ਤੁਸੀਂ ਲੈ ਸਕਦੇ ਹੋ ਟੈਲੀਗ੍ਰਾਮ ਚੈਨਲ ਤੋਂ, ਤਾਂ ਉੱਥੋਂ ਦੀ ਤੁਸੀਂ ਇਹਨਾਂ ਨੂੰ ਯਾਦ ਕਰ ਲੈਣਾ। ਦੈਨ ਨੈਕਸਟ ਨੇ ਵਾਰਿਸ ਸ਼ਾਹ। ਜੇ ਵਾਰਿਸ ਸ਼ਾਹ ਦੀ ਗੱਲ ਕਰੀਏ, ਇਹਨਾਂ ਦਾ ਬਰਥ ਹੋਇਆ 1722 ਦੇ ਵਿੱਚ ਅਤੇ ਡੈਥ ਹੋਈ 1798 ਦੇ ਵਿੱਚ। ਵਾਜ਼ ਅ ਪੰਜਾਬੀ ਸੂਫੀ ਪੋਇਟ ਆਫ ਦੀ ਚਿਸ਼ਤੀ ਆਰਡਰ। ਇਹ ਵੀ ਚਿਸ਼ਤੀ ਸਿਲਸਿਲੇ ਨਾਲ ਜੁੜੇ ਹੋਏ ਸੀ। ਪ੍ਰਾਈਮਰਲੀ ਨੋਨ ਐਜ਼ ਦੀ ਆਥਰ ਆਫ ਹੀਰ ਰਾਂਝਾ। ਤਾਂ ਜਿਹੜੀ ਹੀਰ ਰਾਂਝਾ ਲਿਖੀ ਸੀ ਉਹ ਲਿਖੀ ਸੀ ਵਾਰਿਸ ਸ਼ਾਹ ਜੀ ਨੇ, ਜਿਹੜੀ ਅੱਜ ਵੀ ਆਪਾਂ ਦੇਖਦੇ ਹਾਂ ਕਿ ਬਹੁਤ ਹੀ ਜ਼ਿਆਦਾ ਫੇਮਸ ਕਾਵ ਕਹਿ ਸਕਦੇ ਹਾਂ ਆਪਾਂ ਉਹਨੂੰ। ਮੈਨੀ ਵਰਸਿਸ ਆਫ ਦੀ ਵਾਰਿਸ ਸ਼ਾਹ ਆਰ ਵਾਈਡਲੀ ਯੂਜ਼ਡ ਇਨ ਪੰਜਾਬ ਇਨ ਅ ਮੋਰਲ ਕੰਟੈਕਸਟ। ਤਾਂ ਬਹੁਤ ਸਾਰੇ ਵਾਰਿਸ ਸ਼ਾਹ ਦੇ ਜਿਹੜੇ ਉਹ ਨੇ ਵਰਸਿਸ ਨੇ ਉਹਨਾਂ ਨੂੰ ਐਜ਼ ਅ ਮੋਰਲ ਕੰਟੈਕਸਟ ਯੂਜ਼ ਕੀਤਾ ਜਾਂਦਾ ਹੈ। ਜਿਵੇਂ ਕਿ ਤੁਸੀਂ ਸੁਣਿਆ ਹੋਣਾ ਕਾਫੀਆਂ ਨੇ ਕਿ ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ ਭਾਵੇਂ ਕੱਟੀਏ ਪੋਰੀਆਂ ਪੋਰੀਆਂ ਜੀ। ਤਾਂ ਇਹ ਜਿਹੜੀ ਹੈ ਇਹ ਵਾਰਿਸ ਸ਼ਾਹ ਜੀ ਨੇ ਬੋਲਿਆ ਹੋਇਆ। ਦੈਨ ਇੱਕ ਹੋਰ ਐਗਜ਼ਾਮਪਲ ਜਿਵੇਂ ਵਾਰਿਸ ਸ਼ਾਹ ਫਕੀਰ ਦੀ ਅਕਲ ਕਿੱਥੇ, ਇਹ ਪੱਟੀਆਂ ਇਸ਼ਕ ਪੜ੍ਹਾਈਆਂ ਨੇ। ਤਾਂ ਇਹੋ ਜਿਹੇ ਕੁਛ ਜਿਹੜੇ ਅਖਾਣ ਨੇ ਇਹ ਵੀ ਵਾਰਿਸ ਸ਼ਾਹ ਜੀ ਦਿੱਤੇ ਹੋਏ ਨੇ, ਜਿਹੜੇ ਕਾਫੀ ਫੇਮਸ ਨੇ ਪੰਜਾਬੀ ਲਿਟਰੇਚਰ ਦੇ ਵਿੱਚ। ਦੈਨ ਨੈਕਸਟ ਨੇ ਹਾਸ਼ਿਮ ਸ਼ਾਹ ਜੀ। ਹਾਸ਼ਿਮ ਸ਼ਾਹ ਜੀ ਦਾ ਬਰਥ ਹੋਇਆ ਸੀ 1735 ਦੇ ਵਿੱਚ ਅਤੇ ਡੈਥ ਹੋਈ ਸੀ 1843 ਦੇ ਵਿੱਚ। ਵਾਜ਼ ਅ ਪੰਜਾਬੀ ਰਾਈਟਰ ਐਂਡ ਅ ਸੂਫੀ ਪੋਇਟ। ਇਹ ਵੀ ਸੂਫੀਜ਼ਮ ਨੂੰ ਬਿਲੋਂਗ ਕਰਦੇ ਸੀ। ਹੀ ਟੁੱਕ ਸੂਫੀਜ਼ਮ ਐਜ਼ ਐਨ ਐਸਟੈਬਲਿਸ਼ਡ ਬਿਲੀਵ। ਤਾਂ ਇਹ ਸੂਫੀਜ਼ਮ ਦੇ ਵਿੱਚ ਬਿਲੀਵ ਕਰਦੇ ਸੀ। ਇਹਨਾਂ ਦੀ ਕੰਪੋਜੀਸ਼ਨਸ ਦੀ ਗੱਲ ਕਰੀ ਜਾਵੇ ਤਾਂ ਕਿੱਸਾ ਸ਼੍ਰੀ ਫਰਹਾਦ, ਕਿੱਸਾ ਸੋਨੀ ਮਹੀਵਾਲ, ਕਿੱਸਾ ਸੱਸੀ ਪੁੰਨੂ, ਗਿਆਨ ਪ੍ਰਕਾਸ਼ ਅਤੇ ਦੋਹਰੇ। ਇਹ ਸਾਰਾ ਕੁਛ ਕੰਪੋਜੀਸ਼ਨਸ ਨੇ ਹਾਸ਼ਿਮ ਸ਼ਾਹ ਜੀ ਦੀਆਂ। ਦੋਹਰੇ ਇੱਕ ਤਰ੍ਹਾਂ ਦੇ ਦੋ ਲਾਈਨਾਂ ਦੇ ਜੋੜ ਹੁੰਦੇ ਨੇ। ਜਿਵੇਂ ਆਪਾਂ ਹਿੰਦੀ 'ਚ ਜਿਵੇਂ ਦੋਹੇ ਹੁੰਦੇ ਨੇ ਉਵੇਂ ਪੰਜਾਬੀ ਵਿੱਚ ਦੋਹਰੇ ਹੁੰਦੇ ਨੇ। ਦੈਨ ਨੈਕਸਟ ਨੇ ਪੰਡਿਤ ਤਾਰਾ ਸਿੰਘ ਨਰੋਤਮ। ਪੰਡਿਤ ਤਾਰਾ ਸਿੰਘ ਨਰੋਤਮ ਜੀ ਦੀ ਗੱਲ ਕਰੀਏ ਤਾਂ ਇਹਨਾਂ ਦਾ ਬਰਥ ਹੋਇਆ ਸੀ 1822 ਦੇ ਵਿੱਚ ਅਤੇ ਡੈਥ ਹੋਈ ਸੀ 1891 ਦੇ ਵਿੱਚ। ਵਾਜ਼ ਅ ਫੇਮਸ ਪੰਜਾਬੀ ਸਕੋਲਰ ਹੂ ਬਿਲੋਂਗਡ ਟੂ ਦੀ ਸਿੱਖ ਨਿਰਮਲੇ ਸੈਕਟ। ਤਾਂ ਜਿਹੜਾ ਸਿੱਖ ਨਿਰਮਲੇ ਸੈਕਟ ਹੈ ਉਹ ਪੰਡਿਤ ਤਾਰਾ ਸਿੰਘ ਨਰੋਤਮ ਜੀ ਨਾਲ ਬਿਲੋਂਗ ਕਰਦਾ ਹੈ। ਹੀ ਮੇਡ ਮੈਨੀ ਕੰਟਰੀਬਿਊਸ਼ਨਸ ਟੂ ਦੀ ਸਿੱਖ ਥਿਓਲੋਜੀ ਐਂਡ ਸਿੱਖ ਲਿਟਰੇਚਰ। ਤਾਂ ਜਿਹੜਾ ਸਿੱਖ ਧਰਮ ਹੈ ਅਤੇ ਜਿਹੜਾ ਸਿੱਖ ਦਾ ਲਿਟਰੇਚਰ ਹੈ ਉਹਦੇ ਵਿੱਚ ਕਾਫੀ ਇਹਨਾਂ ਨੇ ਕੰਟਰੀਬਿਊਟ ਕੀਤਾ, ਕਾਫੀ ਯੋਗਦਾਨ ਪਾਇਆ। ਹੀ ਡਿਸਕਵਰਡ ਹੇਮਕੁੰਟ। ਜਿਹੜਾ ਹੇਮਕੁੰਟ ਸਾਹਿਬ ਹੈ ਉਹ ਵੀ ਇਹਨਾਂ ਨੇ ਡਿਸਕਵਰ ਕੀਤਾ। ਐਂਡ ਹੀ ਬਿਕੇਮ ਦੀ ਸ਼੍ਰੀ ਮਹੰਤ।
ਸ਼੍ਰੀ ਮਹੰਤ ਵਾਲਾ ਹੈੱਡ, ਸ਼੍ਰੀ ਮਹੰਤ ਆਫ ਦੀ ਨਿਰਮਲੇ ਪੰਚਾਇਤੀ ਅਖਾੜਾ ਐਟ ਕਨਖਲ, ਜਿਹੜੀ ਕਨਖਲ ਦੇ ਵਿੱਚ ਜਿਹੜਾ ਪੰਚਾਇਤੀ ਅਖਾੜਾ ਉਹਨਾਂ ਦੇ ਹੈੱਡ ਬਣ ਗਏ। ਜਿਹਨੇ ਕੰਪੋਜੀਸ਼ਨਸ ਦੀ ਗੱਲ ਕਰੀਏ, ਗੁਰਮਤਿ ਨਿਰਣੇ ਸਾਗਰ, ਸ਼੍ਰੀ ਗੁਰ ਤੀਰਥ ਸੰਗ੍ਰਹਿ ਅਤੇ ਗ੍ਰੰਥ ਗੁਰੂ ਗਿਰ ਅਰਥ ਕੋਸ਼। ਤਾਂ ਇਹ ਇੰਪੋਰਟੈਂਟ ਕੰਪੋਜੀਸ਼ਨਸ ਨੇ ਪੰਡਿਤ ਤਾਰਾ ਸਿੰਘ ਨਰੋਤਮ ਦੀਆਂ। ਦੈਨ ਗੱਲ ਕਰਦੇ ਹਾਂ ਆਪਾਂ ਕਾਹਨ ਸਿੰਘ ਜੀ। ਕਾਹਨ ਸਿੰਘ ਨਾਭਾ ਵਾਜ਼ ਅ ਪੰਜਾਬੀ ਸਿੱਖ ਸਕੋਲਰ, ਰਾਈਟਰ ਐਂਡ ਅ ਐਨਸਾਈਕਲੋਪੀਡਿਸਟ। ਐਨਸਾਈਕਲੋਪੀਡਿਸਟ ਹੁੰਦੀ ਹੈ ਮਹਾਨ ਸ਼ਬਦਕੋਸ਼। ਇੱਕ ਤਾਂ ਹੁੰਦਾ ਸਿੰਪਲ ਡਿਕਸ਼ਨਰੀ, ਇੱਕ ਹੁੰਦੀ ਹੈ ਐਨਸਾਈਕਲੋਪੀਡੀਆ, ਜਿਹਦੇ ਵਿੱਚ ਬਹੁਤ ਜ਼ਿਆਦਾ ਡਿਟੇਲ ਦੇ ਵਿੱਚ ਚੀਜ਼ਾਂ ਦਿੱਤੀਆਂ ਜਾਂਦੀਆਂ ਨੇ। ਤਾਂ ਇਹਨਾਂ ਨੂੰ ਪੰਜਾਬੀ ਦਾ ਐਨਸਾਈਕਲੋਪੀਡਿਸਟ ਕਿਹਾ ਜਾਂਦਾ ਹੈ। ਇਹਨਾਂ ਬਰਥ ਹੋਇਆ ਸੀ 1861 ਦੇ ਵਿੱਚ ਅਤੇ ਡੈਥ ਹੋਈ ਸੀ 1938 ਦੇ ਵਿੱਚ। In 1883, he continued his study of Persian for 2 years and assisted Gurmukh Singh, a leader in the Singh Sabha movement, in publishing Sudharak। ਜਿਹੜਾ ਸਿੰਘ ਸਭਾ ਨੇ ਸੁਧਾਰਕ ਪਬਲਿਸ਼ ਕਰਿਆ ਸੀ ਗੁਰਮੁਖ ਸਿੰਘ ਦੁਆਰਾ, ਉਹਦੀ ਕਾਫੀ ਹੈਲਪ ਕਰੀ ਸੀ ਕਾਹਨ ਸਿੰਘ ਜੀ ਨੇ। ਅਤੇ ਜੇ ਇਹਨਾਂ ਦੀ ਕੰਪੋਜੀਸ਼ਨਸ ਦੀ ਗੱਲ ਕਰੀਏ ਤਾਂ ਉਹਨੇ ਰਾਜ ਧਰਮ, ਹਮ ਹਿੰਦੂ ਨਹੀਂ, ਗੁਰਮਤਿ ਪ੍ਰਭਾਕਰ, ਗੁਰ ਸ਼ਬਦ ਰਤਨਾਕਰ ਮਹਾਕੋਸ਼ ਅਤੇ ਗੁਰਮਤਿ ਸੁਧਾਕਰ। ਅਤੇ ਇੰਪੋਰਟੈਂਟ ਕੰਪੋਜੀਸ਼ਨ ਨੇ ਕਾਹਨ ਸਿੰਘ ਜੀ ਦੀਆਂ। ਦੈਨ ਨੈਕਸਟ ਹੈ ਅਕਾਲੀ ਕੌਰ ਸਿੰਘ। ਅਕਾਲੀ ਕੌਰ ਸਿੰਘ ਨਿਹੰਗ ਵਾਜ਼ ਅ ਰਿਲੀਜੀਅਸ ਪ੍ਰੀਚਰ ਐਂਡ ਅ ਸਿੱਖ ਸਕੋਲਰ। ਤਾਂ ਇਹ ਵੀ ਧਾਰਮਿਕ ਸਕੋਲਰ ਸੀ। ਦੈਨ 1886 ਦੇ ਵਿੱਚ ਇਹਨਾਂ ਬਰਥ ਹੋਇਆ ਅਤੇ ਡੈਥ ਹੋਈ 1953 ਦੇ ਵਿੱਚ। ਹੀ ਯੂਜ਼ ਟੂ ਟੇਕ ਪਾਰਟ ਇਨ ਆਰਿਆ ਸਮਾਜ ਡਿਬੇਟਸ। ਤਾਂ ਪਹਿਲਾਂ ਉਹ ਆਰਿਆ ਸਮਾਜ ਦੇ ਵਿੱਚ ਪਾਰਟ ਲੈਂਦੇ ਸੀ। ਦੈਨ ਉਹ ਨਿਹੰਗ ਬਣ ਗਏ ਐਂਡ ਰੀਨੇਮਡ ਐਜ਼ ਕੌਰ ਸਿੰਘ ਐਟ ਹਜੂਰ ਸਾਹਿਬ ਨੰਦੇੜ। ਤਾਂ ਹਜੂਰ ਸਾਹਿਬ ਨੰਦੇੜ ਵਿਖੇ ਇਹਨਾਂ ਨੂੰ ਨਿਹੰਗ ਬਣਾ ਦਿੱਤਾ ਗਿਆ। ਦੈਨ ਇਹਨਾਂ ਦੀ ਜੇ ਕੰਪੋਜੀਸ਼ਨਸ ਦੀ ਗੱਲ ਕਰੀਏ ਤਾਂ ਸ਼੍ਰੀ ਗੁਰਸ਼ੋਭਾ, ਕਵੀ ਸੈਨਾਪਤੀ, ਗੁਟਕਾ ਪ੍ਰਮਾਣਿਕ, ਨਿਤਨੇਮ, ਬੁੱਧੀ ਬ੍ਰਿਧ, ਹਿਤੋਪਦੇਸ਼, ਰਤਨਾਕਰ, ਇਸਤਰੀ ਸੰਕਟ ਮੋਚਨ। ਈਵਨ ਵਿਮਨ ਲਈ ਇਹਨਾਂ ਨੇ ਕੰਮ ਕਰਿਆ, ਵਿਮਨ ਅਪਲਿਫਟਮੈਂਟ ਲਈ। ਜਿਹੜੀ ਇਹਨਾਂ ਦੀ ਕੰਪੋਜੀਸ਼ਨ ਹੈ ਇਸਤਰੀ ਸੰਕਟ ਮੋਚਨ। ਦੈਨ ਨੈਕਸਟ ਗੱਲ ਕਰਦੇ ਹਾਂ ਆਪਾਂ ਭਾਈ ਵੀਰ ਸਿੰਘ ਦੀ। ਭਾਈ ਵੀਰ ਸਿੰਘ ਦਾ ਬਰਥ ਹੋਇਆ ਸੀ 1882 ਦੇ ਵਿੱਚ ਅਤੇ ਡੈਥ ਹੋਈ 1957 ਦੇ ਵਿੱਚ ਅੰਮ੍ਰਿਤਸਰ ਦੇ ਵਿੱਚ। ਵਾਜ਼ ਐਨ ਇੰਡੀਅਨ ਪੋਇਟ, ਸਕੋਲਰ ਐਂਡ ਦੀ ਥਿਓਲੋਜੀਅਨ ਆਫ ਦੀ ਸਿੱਖ ਰਿਵਾਈਵਲ ਮੂਵਮੈਂਟ। ਜਿਹੜਾ ਸਿੱਖ ਧਰਮ ਹੈ ਉਹਨੂੰ ਰਿਵਾਈਵ ਕਰਨ 'ਚ ਕਾਫੀ ਕੰਮ ਕੀਤਾ ਇਹਨਾਂ ਨੇ। ਹੀ ਪਲੇਡ ਐਨ ਇੰਪੋਰਟੈਂਟ ਪਾਰਟ ਇਨ ਦੀ ਰੀਨਿਊਵਲ ਆਫ ਪੰਜਾਬੀ ਲਿਟਰੇਰੀ ਟ੍ਰੈਡੀਸ਼ਨ। ਜਿਹੜਾ ਪੰਜਾਬ ਦਾ ਸਾਹਿਤ ਸੀਗਾ ਉਹਨੂੰ ਦੁਬਾਰਾ ਲਿਖਣ ਦੇ ਵਿੱਚ, ਦੁਬਾਰਾ ਇਕੱਠਾ ਕਰਨ ਦੇ ਵਿੱਚ ਕਾਫੀ ਕੰਮ ਕਰਿਆ ਇਹਨਾਂ ਨੇ। ਬਾਈ ਇੰਟਰੋਡਿਊਸਿੰਗ ਫਰੀ ਵਰਸ। ਅਤੇ ਇਹਨਾਂ ਨੇ ਫਰੀ ਵਰਸ ਜਿਹੜਾ ਹੁੰਦਾ ਉਹਨੂੰ ਵੀ ਸਟਾਰਟ ਕਰਿਆ। ਫਰੀ ਵਰਸ ਹੁੰਦਾ ਕਿ ਇੱਕ ਜਿਵੇਂ ਆਪਾਂ ਪੋਇਮ ਲਿਖਦੇ ਹਾਂ ਉਹਦੇ ਵਿੱਚ ਇੱਕ ਲੈਅ ਬਣਦੀ ਹੁੰਦੀ, ਇੱਕ ਰਾਈਮਿੰਗ ਹੁੰਦੀ ਹੈ ਪਹਿਲੀ ਲਾਈਨ ਦੀ, ਦੂਜੀ ਨਾਲ, ਦੂਜੀ ਤੀਜੀ ਨਾਲ। ਪਰ ਇਹਨਾਂ ਨੇ ਫਰੀ ਵਰਸ ਸਟਾਰਟ ਕੀਤਾ ਜਿੱਥੇ ਲੈਅ ਜ਼ਿਆਦਾ ਜ਼ਰੂਰੀ ਨਹੀਂ ਪਰ ਸ਼ਬਦਾਂ 'ਤੇ ਗੌਰ ਜ਼ਿਆਦਾ ਜ਼ਰੂਰੀ ਹੈ। ਦੈਨ ਕੰਪੋਜੀਸ਼ਨਸ ਦੀ ਗੱਲ ਕਰੀਏ ਤਾਂ ਇਹਨਾਂ ਦੀ ਮੇਜਰ ਕੰਪੋਜੀਸ਼ਨਸ ਨੇ ਸੁੰਦਰੀ, ਵਿਜੇ ਸਿੰਘ, ਸਤਵੰਤ ਕੌਰ, ਰਾਣਾ ਸੂਰਤ ਸਿੰਘ, ਦਿਲ ਤਰੰਗ, ਤਰੇਲ ਤੁਪਕੇ, ਬਿਜਲੀਆਂ ਦੇ ਹਾਰ ਅਤੇ ਮੇਰੇ ਸਾਈਆਂ ਜੀਓ। ਅਤੇ ਇਹਨਾਂ ਤੋਂ ਹੀ ਅਵਾਰਡਸ ਮਿਲਣੇ ਸ਼ੁਰੂ ਹੋਏ ਪੰਜਾਬੀ ਲਿਟਰੇਚਰ ਲਈ। ਤਾਂ ਇਹਨਾਂ ਨੂੰ ਸਾਹਿਤਿਆ ਅਕਾਦਮੀ ਅਵਾਰਡ ਮਿਲਿਆ ਸੀ 1955 ਦੇ ਵਿੱਚ। ਜਿਹੜਾ ਪਹਿਲਾ ਪੰਜਾਬ 'ਚ ਸਾਹਿਤਿਆ ਅਕਾਦਮੀ ਅਵਾਰਡ ਮਿਲਿਆ ਸੀ 1955 'ਚ ਭਾਈ ਵੀਰ ਸਿੰਘ ਜੀ ਨੂੰ ਦਿੱਤਾ ਗਿਆ। ਉਸ ਤੋਂ ਇਲਾਵਾ ਇਹਨਾਂ ਨੂੰ ਪਦਮ ਭੂਸ਼ਣ ਮਿਲਿਆ ਸੀ 1956 ਦੇ ਵਿੱਚ। ਤਾਂ ਜਿਹੜੇ ਅਵਾਰਡਸ ਮਿਲੇ ਨੇ ਇਹ ਵੀ ਇੰਪੋਰਟੈਂਟ ਨੇ, ਇਹਨਾਂ ਨੂੰ ਵੀ ਯਾਦ ਰੱਖਣਾ ਹੈ। ਦੈਨ ਨੈਕਸਟ ਨੇ ਕਿਰਪਾ ਸਾਗਰ। ਜੇ ਕਿਰਪਾ ਸਾਗਰ ਦੀ ਗੱਲ ਕਰੀਏ ਨਾ ਬਰਥ ਹੋਇਆ 1875 ਦੇ ਵਿੱਚ ਅਤੇ ਡੈਥ ਹੋਈ 1939 ਦੇ ਵਿੱਚ, 1939 ਦੇ ਵਿੱਚ। ਇਹ ਵੀ ਪੰਜਾਬੀ ਪੋਇਟ ਹੋਏ ਨੇ। ਹੀ ਵਾਜ਼ ਅ ਮੇਜਰ ਫਿਗਰ ਆਫ ਪੰਜਾਬੀ ਲਿਟਰੇਚਰ ਇਨ ਦੀ ਲੇਟ 19th ਸੈਂਚੁਰੀ। 19ਵੀਂ ਸ਼ਤਾਬਦੀ ਜਦੋਂ ਖਤਮ ਹੋ ਰਹੀ ਸੀ ਤਾਂ ਇਹ ਬਹੁਤ ਵਧੀਆ ਪੋਇਟ ਮੰਨੇ ਜਾਂਦੇ ਸੀ ਉਸ ਟਾਈਮ 'ਤੇ। ਕਿਰਪਾ ਸਾਗਰ ਵਾਜ਼ ਸਕਸੈਸਫੁਲੀ ਅ ਟੀਚਰ, ਐਨ ਐਡੀਟਰ, ਅ ਬੈਂਕਰ, ਐਨ ਆਫਿਸਰ ਆਫ ਦੀ ਯੂਨੀਵਰਸਿਟੀ ਆਫ ਦੀ ਪੰਜਾਬ ਐਂਡ ਅ ਪਬਲਿਸ਼ਰ। ਤਾਂ ਇਹ ਬਹੁਤ ਸਾਰੇ ਕੰਮ ਕੀਤੇ ਨੇ, ਟੀਚਰ ਵੀ ਬਣੇ, ਐਡੀਟਰ ਵੀ ਬਣੇ, ਬੈਂਕਰ ਵੀ ਬਣੇ, ਇੱਕ ਆਫਿਸਰ ਵੀ ਬਣੇ ਅਤੇ ਇੱਕ ਪਬਲਿਸ਼ਰ ਵੀ ਬਣੇ। ਪਬਲਿਸ਼ਰ ਜਿਹੜਾ ਕਿਤਾਬਾਂ ਨੂੰ ਪਬਲਿਸ਼ ਕਰੇ। ਦੈਨ ਕੰਪੋਜੀਸ਼ਨਸ ਦੀ ਗੱਲ ਕਰੀਏ ਇਹਨਾਂ ਦੀ ਤਾਂ ਲਕਸ਼ਮੀ ਦੇਵੀ, ਮਹਾਰਾਜਾ ਰਣਜੀਤ ਸਿੰਘ, ਦੀਦੋ ਜੰਮਵਾਲ, ਰਾਏ ਰਾਈਆਂ ਅਤੇ ਮਨ ਤਰੰਗ। ਤਾਂ ਇੰਪੋਰਟੈਂਟ ਕੰਪੋਜੀਸ਼ਨਸ ਨੇ ਕਿਰਪਾ ਸਾਗਰ ਜੀ ਦੀਆਂ। ਦੈਨ ਨੈਕਸਟ ਨੇ ਧਨੀ ਰਾਮ ਚਾਤਰਿਕ ਜੀ। ਜੇ ਆਪਾਂ ਧਨੀ ਰਾਮ ਚਾਤਰਿਕ ਦੀ ਗੱਲ ਕਰੀਏ
ਇਹਨਾਂ ਬਰਥ ਹੋਈ ਸੀ 1876 ਦੇ ਵਿੱਚ ਅਤੇ ਡੈਥ ਹੋਈ ਸੀ 1954 ਦੇ ਵਿੱਚ। ਵਾਜ਼ ਐਨ ਇੰਡੀਅਨ ਪੋਇਟ। ਹੀ ਪ੍ਰਮੋਟਡ ਪੰਜਾਬੀ ਕਲਚਰ, ਅਤੇ ਜਿਹੜਾ ਪੰਜਾਬ ਦਾ ਕਲਚਰ ਹੈ ਉਹਨਾਂ ਨੂੰ ਇਹਨਾਂ ਨੇ ਪ੍ਰਮੋਟ ਕਰਿਆ, ਲੈਂਗੁਏਜ ਨੂੰ ਪੰਜਾਬੀ ਨੂੰ ਪ੍ਰਮੋਟ ਕਰਿਆ ਅਤੇ ਪੰਜਾਬੀ ਦੇ ਸਾਹਿਤ ਨੂੰ ਪ੍ਰਮੋਟ ਕਰਿਆ। ਇਨ 1926 ਹੀ ਬਿਕੇਮ ਦੀ ਪ੍ਰੈਜ਼ੀਡੈਂਟ ਆਫ ਪੰਜਾਬੀ ਸਾਹਿਤ ਸਭਾ। ਜਿਹੜੀ ਪੰਜਾਬੀ ਲਿਟਰੇਰੀ ਸੁਸਾਇਟੀ ਸੀ ਜਾਂ ਫਿਰ ਪੰਜਾਬੀ ਸਾਹਿਤ ਸਭਾ ਸੀ, ਉਹਨੇ ਪ੍ਰੈਜ਼ੀਡੈਂਟ ਵੀ ਬਣੇ ਸੀ 1926 ਦੇ ਵਿੱਚ। ਇਹ ਜਿਹਨਾਂ ਕੰਪੋਜੀਸ਼ਨਸ ਦੀ ਗੱਲ ਕਰੀਏ ਤਾਂ ਉਹਨੇ ਫੁੱਲਾਂ ਦੀ ਟੋਕਰੀ, ਭਰਥਰੀ ਹਰੀ, ਬਿਕਰਮਜੀਤ, ਨਲ ਦਮਯੰਤੀ, ਧਰਮਵੀਰ, ਚੰਦਨਵਾੜੀ, ਕੇਸਰ ਕਿਆਰੀ, ਨਵਾਂ ਜਹਾਂ, ਨੂਰ ਜਹਾਂ ਬਾਦਸ਼ਾਹ ਬੇਗਮ ਅਤੇ ਸੂਫੀ ਖਾਨਾ। ਤਾਂ ਇੰਪੋਰਟੈਂਟ ਕੰਪੋਜੀਸ਼ਨਸ ਨੇ ਧਨੀ ਰਾਮ ਚਾਤਰਿਕ ਜੀ ਦੀਆਂ। ਦੈਨ ਨੈਕਸਟ ਹੋਏ ਨੇ ਰਣਧੀਰ ਸਿੰਘ। ਰਣਧੀਰ ਸਿੰਘ ਦਾ ਬਰਥ ਹੋਇਆ ਸੀ 1878 ਦੇ ਵਿੱਚ ਅਤੇ ਡੈਥ ਹੋਈ ਹੈ 1961 ਦੇ ਵਿੱਚ। ਵਾਜ਼ ਅ ਸਿੱਖ ਲੀਡਰ ਹੂ ਸਟਾਰਟਿਡ ਦੀ ਗੁਰਦੁਆਰਾ ਸੁਧਾਰ ਮੂਵਮੈਂਟ। ਅਤੇ ਇਹਨਾਂ ਨੇ ਗੁਰਦੁਆਰਾ ਸੁਧਾਰ ਮੂਵਮੈਂਟ ਵੀ ਸਟਾਰਟ ਕਰੀ ਸੀ ਗੁਰਦੁਆਰਿਆਂ ਨੂੰ ਇੰਪਰੂਵ ਕਰਨ ਵਾਸਤੇ। ਹੀ ਫਾਊਂਡਡ ਦੀ ਅਖੰਡ ਕੀਰਤਨ ਜੱਥਾ। ਤਾਂ ਜਿਹੜਾ ਅਖੰਡ ਕੀਰਤਨ ਜੱਥਾ ਸੀ ਉਹ ਵੀ ਇਹਨਾਂ ਨੇ ਫਾਊਂਡ ਕਰਿਆ ਸੀ। ਕੰਪੋਜੀਸ਼ਨਸ ਕਿਹੜੀਆਂ ਨੇ ਇਹਨਾਂ ਦੀ ਇੰਪੋਰਟੈਂਟ? ਗੁਰਮਤਿ ਲੇਖ, ਗੁਰਮਤਿ ਨਾਮ, ਅਭਿਆਸ ਕਮਾਈ, ਜੇਲ੍ਹ ਚਿੱਠੀਆਂ, ਚਰਨ ਕਮਲ ਕੀ ਮੌਜ। ਤਾਂ ਇਹ ਇੰਪੋਰਟੈਂਟ ਕੰਪੋਜੀਸ਼ਨਸ ਨੇ ਰਣਧੀਰ ਸਿੰਘ ਜੀ ਦੀਆਂ। ਦੈਨ ਨੈਕਸਟ ਹੋਏ ਨੇ ਪ੍ਰੋਫੈਸਰ ਪੂਰਨ ਸਿੰਘ। ਜੇ ਪ੍ਰੋਫੈਸਰ ਪੂਰਨ ਸਿੰਘ ਦੀ ਗੱਲ ਕਰੀਏ ਤਾਂ ਇਹਨਾਂ ਬਰਥ ਹੋਇਆ ਸੀ 1881 ਦੇ ਵਿੱਚ ਅਤੇ ਡੈਥ ਹੋਈ ਹੈ 1931 ਦੇ ਵਿੱਚ। ਵਾਜ਼ ਅ ਪੰਜਾਬੀ ਪੋਇਟ, ਸਾਇੰਟਿਸਟ ਐਂਡ ਅ ਮਿਸਟਿਕ। ਤਾਂ ਉਹ ਸਾਇੰਸ ਨਾਲ ਵੀ ਸੰਬੰਧ ਰੱਖਦੇ ਸੀ ਅਤੇ ਈਵਨ ਸਪਿਰਿਚੁਅਲਿਟੀ ਨਾਲ ਵੀ, ਮਿਸਟਿਕਸ ਨਾਲ ਵੀ ਸੰਬੰਧ ਰੱਖਦੇ ਸੀ। ਹੀ ਕੇਮ ਅੰਡਰ ਦੀ ਇਨਫਲੂਐਂਸ ਆਫ ਭਾਈ ਵੀਰ ਸਿੰਘ ਜੀ। ਜਿਹੜੇ ਭਾਈ ਵੀਰ ਸਿੰਘ ਜੀ ਨਾਲੋਂ ਇਨਫਲੂਐਂਸ ਆਉਣ ਤੋਂ ਪਹਿਲਾਂ ਇਹ ਇੰਗਲਿਸ਼ ਦੇ ਵਿੱਚ ਲਿਖਦੇ ਸੀ, ਪਰ ਜਦੋਂ ਭਾਈ ਵੀਰ ਸਿੰਘ ਜੀ ਦੇ ਇਨਫਲੂਐਂਸ 'ਚ ਆਏ ਡਿਊਰਿੰਗ ਅ ਸਿੱਖ ਐਜੂਕੇਸ਼ਨਲ ਕਾਨਫਰੰਸ ਮੀਟਿੰਗ ਐਟ ਸਿਆਲਕੋਟ ਇਨ 1912। 1912 ਦੇ ਵਿੱਚ ਸਿੱਖ ਐਜੂਕੇਸ਼ਨਲ ਕਾਨਫਰੰਸ ਹੋ ਰਹੀ ਸੀ। ਉਸ ਤੋਂ ਪਹਿਲਾਂ ਤੱਕ ਇਹ ਇੰਗਲਿਸ਼ 'ਚ ਲਿਖਦੇ ਸੀ। ਉਸ ਤੋਂ ਬਾਅਦ ਇਹ ਭਾਈ ਵੀਰ ਸਿੰਘ ਜੀ ਤੋਂ ਕਾਫੀ ਇਨਫਲੂਐਂਸ ਹੋਏ ਅਤੇ ਇਹਨਾਂ ਨੇ ਪੰਜਾਬੀ ਵਿੱਚ ਹੀ ਲਿਖਣਾ ਸਟਾਰਟ ਕਰ ਦਿੱਤਾ। ਜਿਹਨਾਂ ਕੰਪੋਜੀਸ਼ਨਸ ਦੀ ਗੱਲ ਕਰੀਏ, ਸਿਸਟਰਸ ਆਫ ਦੀ ਸਪਿਨਿੰਗ ਵੀਲ, ਅਨਸਟਰੰਗ ਬੀਡਸ, ਸਪਿਰਿਟ ਆਫ ਓਰੀਐਂਟਲ ਪੋਇਟਰੀ, ਦੀ ਬੁੱਕ ਆਫ 10 ਮਾਸਟਰਸ, ਦ ਸਪਿਰਿਟ ਬੋਰਨ ਪੀਪਲ, ਸਵਾਮੀ ਰਾਮ, ਖੁੱਲੇ ਮੈਦਾਨ, ਖੁੱਲੇ ਕੁੰਡ, ਖੁੱਲੇ ਲੇਖ, ਖੁੱਲੇ ਆਸਮਾਨੀ ਰੰਗ। ਤਾਂ ਇਹ ਸਾਰੇ ਪ੍ਰੋਫੈਸਰ ਪੂਰਨ ਸਿੰਘ ਜੀ ਦੇ ਲਿਖੇ ਹੋਏ ਨੇ। ਦੈਨ ਨੈਕਸਟ ਗੱਲ ਕਰਦੇ ਆਪਾਂ ਗੁਰਬਖਸ਼ ਸਿੰਘ ਪ੍ਰੀਤਲੜੀ ਦੀ। ਇਹਨਾਂ ਬਰਥ ਹੋਇਆ ਸੀ 1895 ਦੇ ਵਿੱਚ ਅਤੇ ਡੈਥ ਹੋਈ ਹੈ 1977 ਦੇ ਵਿੱਚ। ਇਹਨਾਂ ਨੇ ਪੰਜਾਬੀ ਨਾਵਲ ਲਿਖੇ ਬਹੁਤ ਸਾਰੇ ਐਂਡ ਸ਼ਾਰਟ ਸਟੋਰੀ ਰਾਈਟਰ, ਅਤੇ ਬਹੁਤ ਸਾਰੀਆਂ ਸ਼ਾਰਟ ਸਟੋਰੀਜ਼ ਵੀ, ਛੋਟੀਆਂ ਕਹਾਣੀਆਂ ਵੀ ਲਿਖੀਆਂ। ਵਿਦ ਮੋਰ ਦੈਨ 50 ਬੁੱਕਸ ਟੂ ਹਿਜ਼ ਕ੍ਰੈਡਿਟ। 50 ਤੋਂ ਵੱਧ ਕਿਤਾਬਾਂ ਇਹਨਾਂ ਨਾਮ ਦੇ ਉੱਤੇ ਦਰਜ ਨੇ। ਕੰਪੋਜੀਸ਼ਨਸ ਦੀ ਗੱਲ ਕਰੀਏ, ਜ਼ਿੰਦਗੀ ਦੀ ਰਾਸ, ਮੇਰੀਆਂ ਅਭੁੱਲ ਯਾਦਾਂ, ਨਵਾਂ ਸ਼ਿਵਾਲਾ, ਸੁਖਾਵੀਂ ਸੁਧਰੀ ਜ਼ਿੰਦਗੀ, ਮੇਰੀ ਜੀਵਨ ਕਹਾਣੀ, ਪ੍ਰੀਤਾਂ ਦੀ ਪਹਿਰੇਦਾਰ। ਤਾਂ ਇੰਪੋਰਟੈਂਟ ਕੰਪੋਜੀਸ਼ਨਸ ਨੇ ਗੁਰਬਖਸ਼ ਸਿੰਘ ਪ੍ਰੀਤਲੜੀ ਦੀਆਂ। ਅਵਾਰਡਸ ਦੀ ਗੱਲ ਕਰੀਏ ਤਾਂ ਇਹਨਾਂ ਨੂੰ ਫਾਦਰ ਕਿਹਾ ਜਾਂਦਾ ਮਾਡਰਨ ਪੰਜਾਬੀ ਪ੍ਰੋਜ਼ ਦਾ ਐਂਡ ਰਿਸੀਵਡ ਸਾਹਿਤਿਆ ਅਕਾਦਮੀ ਫੈਲੋਸ਼ਿਪ ਇਨ 1971। ਜਿਹੜੀ ਸਾਹਿਤਿਆ ਅਕਾਦਮੀ ਫੈਲੋਸ਼ਿਪ ਸੀ ਇਹਨਾਂ ਨੂੰ ਲੱਗੀ ਸੀ 1971 ਦੇ ਵਿੱਚ। ਤਾਂ ਇੱਕ ਗੱਲ ਕਰ ਲੈਂਦੇ ਹਾਂ ਆਪਾਂ ਪੰਜਾਬ PCSE 2015 ਦੇ ਵਿੱਚ ਆਏ ਕੁਐਸਚਨਸ ਦੀ। ਜਿਹੜੇ ਬਾਕੀ ਰਾਈਟਰਸ ਰਹਿ ਗਏ ਆਪਾਂ ਪਾਰਟ 2 ਦੇ ਵਿੱਚ ਡਿਸਕਸ ਕਰਾਂਗੇ। ਤਾਂ ਜਿਹੜਾ 2015 ਦੇ ਵਿੱਚ ਕੁਐਸਚਨ ਕੀ ਪੁੱਛਿਆ ਗਿਆ ਸੀ, ਹੂ ਇੰਟਰੋਡਿਊਸਡ ਫ੍ਰੀ ਵਰਸ ਇਨ ਪੰਜਾਬੀ ਲਿਟਰੇਚਰ। ਜਿਹੜਾ ਫ੍ਰੀ ਵਰਸ ਹੈ ਉਹ ਪੰਜਾਬੀ ਲਿਟਰੇਚਰ ਦੇ ਵਿੱਚ ਕਿਹਨੇ ਇੰਟਰੋਡਿਊਸ ਕੀਤਾ? ਭਾਈ ਵੀਰ ਸਿੰਘ, ਪੂਰਨ ਸਿੰਘ, ਅੰਮ੍ਰਿਤਾ ਪ੍ਰੀਤਮ ਅਤੇ ਧਨੀ ਰਾਮ ਚਾਤਰਿਕ। ਇਹ ਆਪਾਂ ਡਿਸਕਸ ਕਰ ਚੁੱਕੇ ਹਾਂ। ਇਸ ਦਾ ਆਨਸਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ। ਧੰਨਵਾਦ ਦੋਸਤੋ।